ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 2-3 ਮਿੰਟ ਜਾਂ 4-5 ਮਿੰਟ ਦਾ ਸ਼ਾਇਦ ਵੱਧ ਤੋਂ ਵੱਧ ਬ੍ਰੋਡਕਾਸਟ ਹੋਣਾ ਤੇ ਗੱਲ ਕਰਨੀ ਸੀ। ਕੱਲ ਮੈਂ ਪੋਸਟ ਪਾਇਆ ਸੀਗਾ ਰਾਤੀ, ਭਈ ਦੱਸੋ ਇਹ ਲੱਖੇ ਜਾਂ ਦੀਪ ਦਾ ਕੀ ਕ੍ਰਾਈਮ ਕੀ ਹੈ, ਐਕਚੁਅਲੀ ਉਹਦਾ ਕਿਹੜਾ ਕਾਨੂੰਨ ਤੋੜਿਆ ਉਹਨਾਂ ਨੇ। ਪਰ ਮੈਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਭਈ ਮੈਂ ਉਹੀ ਪੁੱਛਦਾ ਕਿਉਂਕਿ ਇਹਦਾ ਮਤਲਬ ਹੀ ਤੁਸੀਂ ਉਹਨੂੰ ਪਸੰਦ ਕਰਦੇ ਨਹੀਂ ਪਸੰਦ ਕਰਦੇ। ਹੁਣ ਜੇ ਖਾਲਸਾ ਏਡ ਇੱਕ ਇਨਸਾਨੀਅਤ ਤੌਰ ਤੇ ਜਥੇਬੰਦੀ ਆ, ਅਸੀਂ ਸਾਰੇ ਇਨਸਾਨ ਦਾ ਗੱਲ ਕਰਨਾ। ਜਿੱਦਾਂ ਗੋਰੇ ਕਹਿੰਦੇ ਹੁੰਦੇ ਭਈ ਜਦ ਤੱਕ ਤੁਸੀਂ ਗਿਲਟੀ ਨਹੀਂ ਪ੍ਰੂਵ ਕਰਦੇ ਤੁਸੀਂ ਨਹੀਂ ਗਿਲਟੀ। ਲਾਈਕ ਇਹ ਸਾਰੀ ਦੁਨੀਆ ਪਤਾ ਭਈ ਅਸੀਂ ਪਹਿਲਾਂ ਲੋਕਾਂ ਨੂੰ ਗਿਲਟੀ ਕਰਨ ਲੱਗ ਪੈਂਦੇ ਆ। ਇਹਦਾ ਮਤਲਬ ਭਈ ਜੇ ਕਿਸੇ ਇਨਸਾਨ ਨੂੰ ਤੁਸੀਂ ਪਸੰਦ ਨਹੀਂ ਕਰਦੇ ਭਈ ਸਿੱਧਾ ਕਹਿਣਾ ਠੀਕ ਹੈ, ਚਲੋ ਜੇ ਜੇਲ੍ਹ ਹੋ ਗਈ ਤਾਂ ਠੀਕ ਹੈ, ਕੁਛ ਨਹੀਂ ਫਰਕ ਪੈਂਦਾ ਕਿਉਂਕਿ ਉਹ ਟਰਬਲ ਕਰਦੇ ਸੀਗੇ। ਸੋ ਮੈਂ ਪੁੱਛਿਆ ਸੀ ਸਵਾਲ ਭਈ ਦੱਸੋ ਕਿਹੜੀ ਕ੍ਰਾਈਮ ਸੀ। ਇਹਦੇ ਵਿੱਚ ਮੈਂ 2-3 ਅੱਜ ਡਿਸਕਸ਼ਨ ਗੱਲ ਕਰਨਾ ਚਾਹੁੰਦੇ ਆ। ਇੱਕ ਵੀ ਜਦੋਂ ਵੀ ਸਾਡੀ ਉੱਥੇ ਨਿੱਕੀ ਕੁੜੀ ਨਵਦੀਪ ਕੌਰ ਨੂੰ ਵੀ ਫੜ ਲਿਆ ਸੀਗਾ ਪੁਲਿਸ ਨੇ, ਤੁਹਾਨੂੰ ਪਤਾ ਉਹ ਆਪ ਕਹਿੰਦੀ ਸੀ ਕਿ ਮੈਨੂੰ ਕੁੱਟਿਆ। ਆ ਮੁੰਡਾ ਸਾਡਾ ਰਣਜੀਤ ਸਿੰਘ ਉਹ ਬਾਹਰ ਆਇਆ ਕੱਲ, ਉਹ ਆਪ ਤੁਹਾਨੂੰ ਕਹਿ ਰਿਹਾ ਭਈ ਬਹੁਤ ਕੁੱਟਮਾਰ ਕੀਤੀ, ਟੋਰਚਰ ਕੀਤਾ ਤੇ ਉਹਨੂੰ ਟੀਚਰਾਂ ਵੀ ਕੀਤੀਆਂ ਦਿਨ ਦਿਹਾੜੀ ਆਪਣੇ ਧਰਮ ਬਾਰੇ ਉਹਦੇ ਬਾਰੇ। ਤਾਂ ਸਾਰਿਆਂ ਨੂੰ ਕਹੀ ਜਾਂਦੇ ਤੁਸੀਂ ਚੁੱਪ ਕਰ ਜਾਓ, ਗੱਲ ਨਾ ਕਰੋ ਕਿਉਂਕਿ ਅੰਦੋਲਨ ਨਾ ਖਰਾਬ ਹੋ ਜਾਵੇ। ਤੇ ਕਿੰਨੇ ਬੰਦੇ ਫੜ ਲਏ। ਜੇ ਚੁੱਪ ਕਰਕੇ ਬੈਠੇ ਰਹਿੰਦੇ ਕਿਸੇ ਦੀ ਕੈਂਪੇਨ ਨਹੀਂ ਹੋਣੀ ਸੀਗੀ, ਕੋਈ ਛੱਡਣਾ ਨਹੀਂ ਸੀ, ਰਿਹਾਈ ਨਹੀਂ ਹੋਣੀ ਸੀਗੀ, ਤਾਂ ਚੁੱਪ ਕਰਕੇ ਤੁਹਾਡਾ ਕੀ ਬਣਨਾ ਸੀਗਾ। ਅਸੀਂ ਕਿਸਾਨ ਅੰਦੋਲਨ, ਇਹਦਾ ਮਤਲਬ ਵੀ ਤੁਸੀਂ ਜੇ ਕਿਸੇ ਲੱਖੇ ਜੀ ਦਾ, ਦੀਪ ਜੀ ਦਾ, ਨਵਦੀਪ ਦੀ ਜਾਂ ਰਣਜੀਤ ਸਿੰਘ ਦੀ ਜਾਂ ਹੋਰ ਜਿਹੜੇ ਆਪਣੇ ਕੁੜੀਆਂ ਮੁੰਡੇ ਜਾਂ ਕਿਸਾਨ ਬਜ਼ੁਰਗ ਚੱਕ ਲਏ ਉਹਨਾਂ ਨੇ, ਪੁਲਿਸ ਵਾਲੇ ਨੇ, ਕੋਈ ਦੋਸ਼ ਨਹੀਂ ਉਹਨਾਂ ਦਾ, ਉਹਨੂੰ ਕੁੱਟਮਾਰ ਕੀਤੀ ਤੇ ਤੁਸੀਂ ਕਹੀ ਜਾਂਦੇ ਚੁੱਪ ਕਰ ਜਾਓ, ਗੱਲ ਨਾ ਕਰੋ। ਉਹ ਵੀ ਕਿਸੇ ਦੇ ਪੋਤੇ ਆ, ਉਹ ਵੀ ਕਿਸੇ ਦੇ ਭੈਣ ਭਰਾ ਆ, ਉਹ ਵੀ ਉਹਨਾਂ ਦੇ ਬੱਚੇ ਆ। ਹੁਣ ਜਿਹਨਾਂ ਉੱਪਰ ਨੋਟਿਸ ਲੱਗੇ ਪੁਲਿਸ ਦੇ, ਹੁਣ ਲੱਖਾ ਜਿੱਦਾਂ ਕਹਿੰਦਾ ਨੋਟਿਸ ਲੱਗਾ ਆ, ਮੈਂ ਪੁੱਛਿਆ ਵਾਰੀ ਕ੍ਰਾਈਮ ਕੀ ਆ। ਇਹਦਾ ਮਤਲਬ ਥੋੜ੍ਹਾ ਵੀ ਅਸੀਂ ਅੰਦੋਲਨ ਦੇ ਖਿਲਾਫ ਆ। ਇੱਕ ਬਿਮਾਰੀ ਸ਼ੁਰੂ ਹੋ ਗਈ ਆ ਕਿ ਜੇ ਤੁਸੀਂ ਕਿਸੇ ਬੰਦੇ ਦੀ ਗੱਲ ਕੀਤੀ ਜਿਹੜਾ ਤੁਹਾਨੂੰ ਲੀਡਰ ਬਣ ਕੇ ਕਹਿ ਰਹੇ ਗੱਲ ਨਾ ਕਰੋ, ਤਾਂ ਤੁਸੀਂ ਇੱਕਦਮ ਇਹਦਾ ਮਤਲਬ ਅੰਦੋਲਨ ਦੇ ਖਿਲਾਫ ਹੋ ਜਾਂਦੇ। ਇਹ ਗਲਤ ਆ। ਤੁਸੀਂ ਇੱਕ ਪਾਸੇ ਲੋਕਤੰਤਰ ਦੀ ਗੱਲ ਕਰਦੇ, ਡੈਮੋਕ੍ਰੇਸੀ ਦੀ, ਭਈ ਡੈਮੋਕ੍ਰੇਸੀ ਸਿਸਟਮ ਨੇ 3 ਜਿਹੜੇ ਬਿੱਲ ਪਾਸ ਨਹੀਂ ਚੰਗੀ ਤਰ੍ਹਾਂ ਹੋਏ, ਡੈਮੋਕ੍ਰੈਟਿਕ ਨਹੀਂ ਸੀਗੇ। ਬਿਲਕੁਲ ਹੀ ਸਹਿਮਤ ਆ, ਨਹੀਂ ਸਹੀ, ਨਹੀਂ ਚੰਗੀ ਤਰ੍ਹਾਂ ਨਹੀਂ ਪਾਸ ਕੀਤੇ ਬਿੱਲ, ਇੱਕਦਮ ਬਿੱਲ ਪਾਸ ਕਰ ਦਿੱਤੇ ਬੀਜੇਪੀ ਨੇ ਤੇ ਤਾਂ ਹੀ ਅਸੀਂ ਉੱਥੇ ਸਾਰੇ ਕਿਸਾਨ ਬੈਠੇ ਆ। ਦੂਜੇ ਪਾਸੇ ਤੁਸੀਂ ਕਹਿੰਦੇ ਡੈਮੋਕ੍ਰੈਟਿਕਲੀ ਕਹਿੰਦੇ ਨਾ ਗੱਲ ਕਰੋ ਕਿਸੇ ਦੀ ਕਿਉਂਕਿ ਸਾਨੂੰ ਦੁੱਖ ਲੱਗਦਾ। ਇਹ ਡੈਮੋਕ੍ਰੇਸੀ ਇੱਥੇ ਆ ਗਈ। ਇਹ ਤਾਂ ਤੁਸੀਂ ਆਪਣਾ ਪਹਿਲਾਂ ਮਾਈਂਡ ਬਣਾ ਲਓ ਕਿਹੜੀ ਡੈਮੋਕ੍ਰੇਸੀ ਚਾਹੁੰਦੇ ਆ। ਇਹ ਨਹੀਂ ਪਏ ਇੱਕ ਤੁਹਾਡੇ ਚਾਚੇ ਦੀ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਸਾਰਿਆਂ ਲਈ। ਸੋ ਜੇ ਲੱਖੇ ਦੀਪ ਦੀ ਕੋਈ ਡਿਬੇਟ ਹੋ ਗਈ ਆ, ਇਹਦਾ ਮਤਲਬ ਥੋੜ੍ਹਾ ਭਈ ਅੰਦੋਲਨ ਨੂੰ ਕੋਈ ਨਫ਼ਰਤ ਕਰਦਾ। ਹੁਣ ਪੰਜਾਬ ਦੀ ਗੱਲ ਕਰੀਏ, ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਇਹਦਾ ਮਤਲਬ ਥੋੜ੍ਹਾ ਮੈਂ ਕਿਸੇ ਹੋਰ ਦੇਸ਼ ਨੂੰ ਜਾਂ ਇੰਡੀਆ ਨੂੰ ਜਾਂ ਕਿਸੇ ਦੇਸ਼ਾਂ ਪ੍ਰਤੀ ਨਫ਼ਰਤ ਕਰਦੇ। ਅਸੀਂ ਬਸ ਆਪਣੇ ਪੰਜਾਬ ਨੂੰ ਪਿਆਰ ਕਰਕੇ ਕਹਿੰਦੇ ਪੰਜਾਬ ਨੂੰ ਪਿਆਰ ਕਰਦੇ। ਇਹਦਾ ਮਤਲਬ ਆਟੋਮੈਟਿਕ ਜਿੱਦਾਂ ਸੰਗੀ ਕਹਿੰਦੇ ਆ ਵੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਆ, ਇਹਦਾ ਮਤਲਬ ਤੁਸੀਂ ਬਾਕੀ ਦੇਸ਼ਾਂ ਨੂੰ ਜਾਂ ਇੰਡੀਆ ਨੂੰ ਨਫ਼ਰਤ ਕਰਦੇ। ਬਿਲਕੁਲ ਨਹੀਂ। ਤੇ ਅਸੀਂ ਚੁੱਪ ਕਰਕੇ ਬੈਠੀਏ। ਜਿਹਦੇ ਪਿੱਛੇ ਪੁਲਿਸ ਪਈ ਆ, ਜਿਹੜੇ ਕੋਈ ਦੋਸ਼ੀ ਵੀ ਨਹੀਂ ਗੇ, ਜਿੱਦਾਂ ਨਿੱਕੇ ਰਣਜੀਤ ਸਿੰਘ ਆ, ਨਵਦੀਪ ਕੌਰ ਆ, ਹੋਰ ਵੀ ਸਾਡੇ ਨੌਜਵਾਨ ਕਿਤੇ ਬਜ਼ੁਰਗ ਆ, ਉਹ ਤੁਹਾਨੂੰ ਆਪ ਕਹਿ ਰਹੇ ਆ। ਬਜ਼ੁਰਗ ਵੀ ਜਿਹੜੇ 80 ਸਾਲ ਦੇ, ਜਿਹੜੇ ਚੀਨ 'ਚ ਲੜੇ ਆ, ਚੀਨ ਦੇ ਖਿਲਾਫ ਲੜੇ, ਪਾਕਿਸਤਾਨ ਦੇ ਖਿਲਾਫ ਲੜੇ, ਬੋਰਡਰ ਤੇ ਲੜੇ ਆ, ਜਿਹੜੇ ਤੁਹਾਡੇ ਫੌਜੀ ਸੁਪਰਸਟਾਰ ਹੀਰੋ, ਉਹ ਤੁਹਾਨੂੰ ਆਪ ਕਹਿ ਰਹੇ ਸਾਨੂੰ ਕੁੱਟਿਆ, ਸਾਨੂੰ ਮਾੜਾ ਬੋਲਿਆ, ਸਾਨੂੰ ਨੰਗੇ ਕੀਤਾ ਪੁਲਿਸ ਨੇ। ਉਹਦਾ ਕੋਈ ਦੋਸ਼ੀ ਵੀ ਨਹੀਂ ਸੀਗਾ। ਤਾਂ ਜੇ ਤੁਹਾਡੇ ਵੱਲ ਗੱਲ ਕਰੀਏ, ਗੱਲ ਨਾ ਕਰੋ ਜੀ, ਅੰਦੋਲਨ ਖਰਾਬ ਹੋ ਜਾਊਗਾ। ਫਿਰ ਅੰਦੋਲਨ ਦਾ ਫਾਇਦਾ ਕੀ ਹੋ ਗਿਆ। ਜਿਹੜੇ ਅੰਦੋਲਨ ਤੇ ਗਏ ਆ, ਅੰਦੋਲਨ ਤੇ ਚੱਕ ਕੇ ਅੰਦਰ ਬਾੜ ਦਿੱਤੇ ਆ, ਕੁੱਟ ਘਟਾਪਾ ਕੀਤਾ, ਉਹਨੂੰ ਨੰਗੇ ਕੀਤਾ ਗਿਆ। ਅਸੀਂ ਗੱਲ ਨਾ ਕਰੀਏ ਕਿ ਫਾਇਦਾ ਕੀ ਹੋ ਗਿਆ। ਸੋ ਇਹਦੇ ਵਿੱਚ ਕੋਈ ਡਰ ਨਹੀਂ ਹੁੰਦਾ ਵੀ ਗੱਲ ਕਰਨ ਦਾ। ਜੇ ਕੋਈ ਪੁੱਛਦਾ ਤੁਹਾਨੂੰ, ਮੈਂ ਤੁਹਾਨੂੰ ਪੁੱਛਦਾ, ਸਿੱਧੀ ਤਰ੍ਹਾਂ ਪੁੱਛਦਾ, ਮੈਨੂੰ ਲੈਕਚਰ ਦੀ ਲੋੜ ਨਹੀਂ ਗੀ।
ਭਈ ਕੀ ਦੋਸ਼ ਆ ਉਹਨਾਂ ਦਾ ਜਿਹੜੇ ਭਈ ਪਿੱਛੇ ਪੁਲਿਸ ਵਾਲੀ 200-300 ਮੁੰਡੇ ਕੁੜੀਆਂ ਆਪਣੇ ਨੌਜਵਾਨ ਬਜ਼ੁਰਗ ਫੜੇ, ਫੇਰ ਕਹਿੰਦੇ ਲਓ ਜੀ ਤੁਹਾਨੂੰ ਅਸੀਂ ਰਿਹਾ ਕਰਤਾ ਬੇਲ ਦੇ ਵਿੱਚ, ਜ਼ਮਾਨਤ ਦੇਤੀ। ਜ਼ਮਾਨਤ ਦਾ ਕੀ ਆ? ਉਹ ਤਾਂ ਕੇਸ ਡਿਸਮਿਸ ਹੋਣਾ ਚਾਹੀਦਾ, ਕਿਉਂਕਿ ਜਿਹਨੇ ਕੁਝ ਕੀਤਾ ਹੀ ਨਹੀਂਗਾ ਉਹਨੂੰ ਫਿਰ ਜ਼ਮਾਨਤ ਤੇ ਛੱਡਣਾ, ਇਹਦਾ ਮਤਲਬ ਉਹ ਕਿ ਗਲਤੀ ਕੁਝ ਕੀਤਾ। ਉਹਨੇ ਤਾਂ ਕੁਝ ਕੀਤਾ ਨਹੀਂ। ਤੁਹਾਡੇ ਸਾਹਮਣੇ ਰਣਜੀਤ ਸਿੰਘ ਮੁੰਡਾ ਉਹਨੂੰ ਚੱਕ ਕੇ ਕਿੱਦਾਂ ਕੁੱਟਿਆ, ਸਾਰਿਆਂ ਸਾਹਮਣੇ ਕੁੱਟਿਆ, ਫਿਰ ਅੰਦਰ ਕੁੱਟਿਆ, ਉਹ ਤੁਹਾਨੂੰ ਆਪ ਕਹਿ ਰਿਹਾ। ਉਹਨੇ ਜ਼ਮਾਨਤ ਤੇ ਛੱਡਤਾ, ਕੇਸ ਹਲ ਤੱਕ ਉਹਦੇ ਉੱਪਰ ਆ। ਸੋ ਸਾਨੂੰ ਗੱਲਾਂ ਕਰਨ ਤੋਂ, ਬੰਦ ਕਰਨ ਤੋਂ ਮਨਾ ਜਿਹੜੇ ਕਰ ਰਹੇ ਆ, ਦੂਜੇ ਪਾਸੇ ਡੈਮੋਕ੍ਰੇਸੀ ਲੋਕਤੰਤਰ ਦੀ ਗੱਲ ਕਰ ਰਹੇ ਆ, ਫਿਰ ਉਹ ਬੰਦ ਕਰਨ ਲੋਕਤੰਤਰ ਤੇ ਡੈਮੋਕ੍ਰੇਸੀ ਦੀ ਗੱਲ ਕਰਨ। ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਦਾ ਹੱਕ ਹੁੰਦਾ ਜਿਹੜੀ ਚੀਜ਼ ਦੀ ਤੁਸੀਂ ਡਿਸਕਸ਼ਨ ਕਰਨੀ ਹੋਵੇ, ਕੋਈ ਕੇਸ ਦੀ ਕਰਨੀ ਹੋਵੇ, ਕੋਈ ਇੰਡੀਵਿਜੂਅਲ ਦੀ ਕਰਨੀ, ਕੋਈ ਬੰਦੇ ਦੀ, ਕੋਈ ਔਰਤ ਦੀ, ਤਾਂ ਕੋਈ ਕੇਸ ਦੀ ਗੱਲ ਕਰਨੀ ਹੋਵੇ, ਇਹਦੇ ਵਿੱਚ ਦਰਦ ਹੋਣਾ ਚਾਹੀਦਾ। ਜੇ ਖਾਲਸਾ ਜਿਹੜੇ ਇਨਸਾਨੀਅਤ ਤੌਰ ਤੇ ਜਥੇਬੰਦੀ ਆ, ਅਸੀਂ ਫਿਰ ਸਾਰਿਆਂ ਦੀ ਮਦਦ ਕਰਾਂਗੇ। ਅਸੀਂ ਜਿਹੜੇ ਭਈ ਪ੍ਰੂਵਨ ਜਦ ਤੱਕ ਨਹੀਂ ਕੋਈ ਗਿਲਟੀ, ਅਸੀਂ ਕਿਉਂ ਗਿਲਟੀ ਕਹੀ ਜਾਵਾਂਗੇ? ਅਸੀਂ ਕਹਿੰਦੇ ਠੀਕ ਆ, ਜੇ ਕੋਈ ਕਿਸੇ ਕੇਸ ਪਾਉਣਾ, ਪੁਲਿਸ ਦਾ ਕੇਸ ਹੋਣਾ ਚਾਹੀਦਾ, ਜਾਂ ਕੋਈ ਇਦਾਂ ਸਿਸਟਮ ਦੱਸੋ ਭਈ ਪੁਲਿਸ ਨੇ ਆ ਕੇ ਉਹਨੂੰ ਫੜਿਆ, ਪਰ ਉਹਦੇ ਵਿੱਚ ਕੇਸ ਕੀ ਆ, ਉਹਦੀ ਕ੍ਰਾਈਮ ਕੀ ਆ? ਇਹਦਾ ਮਤਲਬ ਥੋੜਾ ਭਈ ਨਹੀਂ ਜਿਸ ਤੱਕ ਕਿਹਾ ਸੀ ਦੀਪ ਸਿੱਧੂ ਨੂੰ ਜਾਂ ਲੱਖੇ ਨੂੰ ਭਈ ਤੂੰ ਆ ਨਹੀਂ ਕਰਨਾ, ਉਹਨੇ ਉਹ ਕਰ ਦਿੱਤਾ ਤੇ ਚਲੋ ਚੰਗਾ ਹੋਇਆ ਪੁਲਿਸ ਪਿੱਛੇ ਆ ਗਈ। ਇਹ ਥੋੜਾ ਕੋਈ ਕ੍ਰਾਈਮ ਕੇਸ ਆ। ਜੇ ਤੁਹਾਡੇ ਘਰ ਵਾਲੇ ਤੁਹਾਡੀ ਗੱਲ ਨਹੀਂ ਮੰਨਦੇ, ਜੇ ਤੁਹਾਨੂੰ ਕੋਈ ਪਸੰਦ ਨਹੀਂ ਕਰਦੇ, ਇਹਦਾ ਮਤਲਬ ਤੁਸੀਂ ਉਹਨੂੰ ਪੁਲਿਸ ਦੇ ਕੇਸ ਮਾਰ ਕੇ ਬਾੜ ਦਿਓ ਉਹਨੂੰ। ਪੁਲਿਸ ਦਾ ਕੇਸ ਤਾਂ ਐਵੇਂ ਬਣਾਈ ਜਾਂਦੇ ਆ। ਤੁਹਾਡੇ ਵਰਗੇ ਜਿਹੜੇ ਕਹੀ ਜਾਂਦੇ ਚੁੱਪ ਕਰੋ, ਗੱਲ ਨਾ ਕਰੋ, ਤੁਸੀਂ ਹੋਰ ਇਹ ਕੇਸ ਵਧਾਉਂਦੇ ਆ। ਗੱਲ ਸਾਨੂੰ ਖੁੱਲੀ ਕਰਨੀ ਪੈਣੀ, ਸਾਰੀ ਦੁਨੀਆ ਨੂੰ ਲੱਗੇ ਪਤਾ ਭਈ ਇੱਥੇ ਜਿਹੜਾ ਭਈ ਕੇਸ, ਇਹਦੇ ਉੱਪਰ ਕੇਸ ਲੱਗੇ ਹੋ ਆ, ਜਿਹਨਾਂ ਉੱਪਰ ਆਹ ਕਹਿ ਲਓ ਨੌਜਵਾਨ ਕੁੜੀਆਂ ਮੁੰਡੇ ਉੱਪਰ ਜਿਹੜੇ ਸਾਡੇ ਕੇਸ ਪਾਏ ਹੋ ਆ, ਇਹਨਾਂ ਦਾ ਗਲਤ ਪਾਇਆ, ਕੁੱਟ ਕੜਾਪਾ ਗਲਤ ਕੀਤਾ ਗਿਆ ਆ। ਇਹ ਤਾਂ ਸਾਨੂੰ ਕਰਨੇ ਪੈਣੇ। ਇਹ ਤਾਂ ਸਾਨੂੰ ਬਿਲਕੁਲ ਜਿੱਦਾਂ ਭਈ ਕਹਿ ਲਓ ਸੌਰੀ ਇੱਕ ਮਿੰਟ ਮੜ ਜਾ, ਹਾਂਜੀ ਉੱਧਰ ਬੰਦਾ ਸੌਰੀ ਸੀ। ਸੋ ਕੇਸ ਜਿਹੜੇ ਭਈ ਇੰਡੀਵਿਜੂਅਲ ਗੱਲ ਕਰਨ ਦੀ ਸਾਰਿਆਂ ਦਾ ਹੱਕ ਆ, ਕਿਉਂ ਨਹੀਂ ਕਰ ਸਕਦੇ ਗੱਲ ਅਸੀਂ? ਸੋ ਮੈਂ ਇਹੀ ਕਹਿੰਦਾ ਆ, ਡਿਸਕਸ਼ਨ ਕਰਨੀ ਚਾਹੀਦੀ ਆ, ਖੁੱਲ ਕੇ ਪੋਸਟ ਕਰੋ ਲੋਕਾਂ ਬਾਰੇ, ਜਿਹੜੇ ਲੋਕ ਫੜੇ ਆ, ਨੌਜਵਾਨ ਕੁੜੀਆਂ ਮੁੰਡੇ ਜਿਨ੍ਹਾਂ ਉੱਪਰ ਕੇਸ ਪਾਏ ਹੋ, ਉਹਨਾਂ ਦੀ ਗੱਲ ਕਰੋ, ਜਿਹੜੇ ਅੰਦਰ ਉਹਨਾਂ ਦੀ ਗੱਲ ਕਰੋ, ਜਿਹਨਾਂ ਉੱਪਰ ਕੁੱਟਮਾਰ ਕੀਤੀ ਗਈ ਆ। ਜਿੱਦਾਂ ਮੁੰਡਾ ਸਾਡਾ ਭਾਈ ਰਣਜੀਤ ਸਿੰਘ ਜਿਹੜਾ, ਉਹ ਨਾ ਤੁਹਾਨੂੰ ਕਿਹਾ, ਫਿਰ ਸਾਡਾ ਇਹ ਫਰਜ਼ ਬਣਦਾ ਹੁਣ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਜਿਹੜੇ ਪੁਲਿਸ ਨੇ ਕੁੱਟਮਾਰ ਕੀਤੀ ਆ ਉਹਨਾਂ ਉੱਪਰ ਕੇਸ ਕਰਨੇ ਚਾਹੀਦੇ ਆ। ਸੋ ਇਹਦਾ ਮਤਲਬ ਇਹ ਨਹੀਂ ਭਈ ਅਸੀਂ ਡਰ ਕੇ ਚੁੱਪ ਕਰਕੇ ਬਹਿ ਜਾਈਏ, ਕਿਸੇ ਨੇ ਗੱਲ ਨਾ ਕਰੀਏ। ਇੱਕ ਪਾਸੇ ਜੇ ਅਸੀਂ ਡੈਮੋਕ੍ਰੇਸੀ ਮੰਗਦੇ ਆ, ਦੂਜੇ ਪਾਸੇ ਵੀ ਤੁਹਾਨੂੰ ਡੈਮੋਕ੍ਰੇਸੀ ਵਿੱਚ ਰਹਿਣਾ ਪੈਣਾ। ਡੈਮੋਕ੍ਰੇਸੀ ਦਾ ਮਤਲਬ ਇਹ ਨਹੀਂ ਵੀ ਆਪੇ ਹੀ ਤੁਸੀਂ ਕਾਨੂੰਨ ਬਣਾ ਲਾਏ, ਆਪੇ ਹੀ ਕਹਿ ਦਿੱਤਾ ਚਲੋ ਠੀਕ ਆ, ਜੋ ਮੈਂ ਕਹਿੰਦਾ ਕਰੋ। ਡੈਮੋਕ੍ਰੇਸੀ ਗੱਲ ਨਹੀਂ ਇਹਦੇ ਵਿੱਚ ਹੁੰਦੀ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹਰ ਚੀਜ਼ ਦੇ ਵਿੱਚ ਇਨਕਰੇਜਮੈਂਟ। ਮੈਂ ਤੁਹਾਨੂੰ ਹਰ ਵਾਰੀ ਕਹਿੰਦਾ, ਡੈਮੋਕ੍ਰੇਸੀ, ਲੋਕਤੰਤਰ, ਖੁੱਲ੍ਹ ਖੁਲਾਵਾ, ਜਿਹੜੇ ਵਿਊ ਪੁਆਇੰਟਸ, ਓਪੀਨੀਅਨ ਸਾਰੇ ਦੇ ਹੁੰਦੇ ਆ। ਤੁਸੀਂ ਪਸੰਦ ਨਹੀਂ ਕਰੋਗੇ ਠੀਕ ਆ, ਪਰ ਜੇ ਤੁਸੀਂ ਕਹਿੰਦੇ ਆ, ਮੈਂ ਤਾਂ ਦੇਖੋ ਮੇਰੇ ਕੱਲ ਮੈਂ ਪੋਸਟ ਇੱਥੇ ਪਾਇਆ ਤੇ ਇੰਸਟਾਗ੍ਰਾਮ ਤੇ ਪਾਇਆ ਕਿ ਲੱਖੇ ਤੇ ਦੀਪ ਨੇ ਕ੍ਰਾਈਮ ਕਿਹੜੀ ਕਮਿਟ ਕੀਤੀ ਆ, ਕਿਹੜੀ ਕਾਨੂੰਨ ਕਿਹੜਾ ਤੋੜਿਆ, ਬਸ ਇਹੀ ਪੁੱਛਿਆ ਸੀਗਾ ਮੈਂ। ਕੋਈ ਜਵਾਬ ਨਹੀਂ ਮੈਨੂੰ ਮਿਲਿਆ। ਕਿਸੇ ਦਾ ਖੂਨ ਕੀਤਾ, ਕਿਸੇ ਉੱਪਰ ਗੋਲੀ ਚਲਾਈ, ਕਿਸੇ ਦਾ ਕਤਲ ਕੀਤਾ, ਫਿਰ ਉੱਪਰੋਂ ਕਈ ਜਣਾ ਚੁੱਪ ਕਰ ਜਾਓ। ਜੇ ਉਹਦਾ ਗੱਲ ਕਰਦਾ ਉਹਦੀ ਗੱਲ, ਇਹਦਾ ਮਤਲਬ ਤੁਸੀਂ ਅੰਦੋਲਨ ਦੇ ਖਿਲਾਫ ਆ ਤੇ ਤੁਸੀਂ ਗਦਾਰ ਆ। ਗਦਾਰੀਆਂ ਦੇ ਫਿਰ ਤੁਸੀਂ ਜੇ ਲੇਬਲ ਲਾਉਣ ਲੱਗ ਪਓ। ਮੈਂ ਵੀ ਪੁੱਛੂੰਗਾ ਤੁਹਾਨੂੰ ਸਵਾਲ, ਮਗਰੋਂ ਸਵਾਲ ਤਾਂ ਬਹੁਤ ਪੁੱਛਾਂਗੇ ਸਾਰਿਆਂ ਨੂੰ, ਪਰ ਜਿਹੜੇ ਭਈ ਜਿਹਨਾਂ ਉੱਪਰ ਕੇਸ ਪਾਏ ਗਏ ਆ, ਜਿਹੜੇ ਕੇਸ ਪੁਲਿਸ ਨੇ ਕੁੱਟ-ਕੁੱਟ ਕੇ ਆਪਣੇ ਨੌਜਵਾਨ ਕੁੜੀਆਂ ਮੁੰਡੇ ਬਜ਼ੁਰਗ ਆ ਇੰਨੀ ਮਾੜੀ ਟ੍ਰੀਟਮੈਂਟ ਕੀਤੀ ਆ, ਤੇ ਉਹਨਾਂ ਦਾ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਕਰਨੀ ਫਿਰ ਫਾਇਦਾ ਕੀ ਹੋਇਆ? ਤੁਸੀਂ ਸਿਲੈਕਟਿਵ ਨਹੀਂ ਕਰ ਸਕਦੇ। ਡੈਮੋਕ੍ਰੇਸੀ ਸਿਲੈਕਟਿਵ ਨਹੀਂ ਗੀ। ਡੈਮੋਕ੍ਰੇਸੀ ਕਿਸ ਲਈ ਸਿਲੈਕਟਿਵ ਨਹੀਂ ਭਈ? ਤੁਸੀਂ ਉਹਨੂੰ ਪਸੰਦ ਨਹੀਂ ਕਰਦੇ ਬੰਦੇ ਨੂੰ ਤਾਂ ਚਲੋ ਠੀਕ ਆ, ਉਹਨੂੰ ਪੁਲਿਸ ਕੁੱਟ ਲਊਗੀ ਜਾਂ ਫੜ ਲਊਗੀ, ਸਾਨੂੰ ਕੀ ਆ, ਕਿਉਂਕਿ ਉਹ ਤਾਂ ਅਸੀਂ ਪਸੰਦ ਨਹੀਂ ਕਰਦੇ ਉਹ ਬੰਦੇ ਨੂੰ। ਇਹ ਨਹੀਂ ਡੈਮੋਕ੍ਰੇਸੀ, ਨਾ ਇਹ ਕਾਨੂੰਨ ਆ। ਡੈਮੋਕ੍ਰੇਸੀ ਦੇ ਵਿੱਚ, ਕਾਨੂੰਨ ਦੇ ਵਿੱਚ ਹਰ ਦਾ ਹੱਕ ਹੁੰਦਾ ਆਪਣੇ ਵਿਊ ਪੁਆਇੰਟਸ ਦੇਣੇ। ਸੋ ਨਾਅਰਿਆਂ ਦੇ ਸਾਰੇ ਲਾਏ ਆ ਸਟੇਜਾਂ ਤੇ, ਸਾਰੇ ਤਰ੍ਹਾਂ ਦੇ ਨਾਅਰੇ ਲੱਗੇ ਸਟੇਜਾਂ ਤੇ। ਪਹਿਲਾਂ 26 ਤੋਂ ਵੀ, 25 ਤੋਂ ਵੀ, ਜਨਵਰੀ ਤੋਂ ਪਹਿਲਾਂ ਵੀ ਬਹੁਤ ਤਰ੍ਹਾਂ ਲੱਗੇ ਆ, ਬਹੁਤ ਤਰ੍ਹਾਂ ਦੇ ਕਹਿ ਲਓ ਭਈ ਜਕਾਰੇ ਲੱਗੇ ਉੱਥੇ ਸਟੇਜਾਂ ਤੇ। ਹੁਣ ਸਾਰਿਆਂ ਨੂੰ ਫੜ ਲਓ ਜਾ ਕੇ, ਇਹਦਾ ਮਤਲਬ ਆ। ਸੋ ਜੇ ਤੁਸੀਂ ਲੋਕਤੰਤਰ ਤੇ ਤੁਰੇ ਹੋ ਆ, ਲੋਕਤੰਤਰ ਡੈਮੋਕ੍ਰੇਸੀ ਚਾਹੁੰਦੇ ਆ,
ਉਹ ਡੈਮੋਕ੍ਰੇਸੀ ਵਿੱਚ ਤੁਹਾਨੂੰ ਸੋਚਣਾ ਪੈਣਾ ਫਿਰ ਸਾਰਿਆਂ ਲਈ। ਡੈਮੋਕ੍ਰੇਸੀ ਵਿੱਚ ਸਾਰੇ ਬਰਾਬਰ ਹੁੰਦੇ ਆ, ਕਾਨੂੰਨ ਸਾਰਿਆਂ ਲਈ ਬਰਾਬਰ ਹੁੰਦਾ, ਇਨਸਾਫ ਸਾਰਿਆਂ ਲਈ ਬਰਾਬਰ ਹੁੰਦਾ। ਤੇ ਜੇ ਅਸੀਂ ਉਹ ਡੈਮੋਕ੍ਰੇਸੀ ਰਹਿਣ ਲੱਗ ਪਏ ਵੀ ਉਹ ਬੰਦਾ ਮੈਨੂੰ ਪਸੰਦ ਨਹੀਂਗਾ, ਚਲੋ ਫੜੋ ਉਹਨੂੰ ਫੜਾ ਦਿਓ ਤੇ ਜਿੰਨਾ ਮਰਜ਼ੀ ਪੁਲਿਸ ਕੁੱਟ ਲਵੇ, ਅਸੀਂ ਅੱਖਾਂ ਬੰਦ ਕਰ ਲੈਂਦੇ, ਉਹ ਤਾਂ ਹੁਣ ਜਿਹੜੀ ਡੈਮੋਕ੍ਰੇਸੀ ਰਹਿ ਰਹੇ ਉਹੀ ਬਣ ਗਈ ਫਿਰ। ਸੋ ਤੁਹਾਡਾ ਬਹੁਤ ਧੰਨਵਾਦ ਜਿਹੜੇ ਭਈ ਇੱਦਾਂ ਸੋਚਦੇ ਆ। ਹਰ ਇੱਕ ਦਾ ਸੋਚਣਾ ਪੈਣਾ, ਹਰ ਇੱਕ ਦਾ ਸੋਚਣਾ ਪੈਣਾ। ਇਹ ਡੈਮੋਕ੍ਰੇਸੀ ਵਿੱਚ ਇੱਕ ਦੋ ਬੰਦੇ ਸਿਲੈਕਟ ਨਹੀਂ ਕਰ ਸਕਦੇ ਤੁਸੀਂ। ਅਸੀਂ ਸਾਰਿਆਂ ਦਾ ਸੋਚਦੇ ਹਾਂ। ਜੇ ਪੁਲਿਸ ਕੇਸ ਆ ਰਿਹਾ ਜਾਂ ਅਰੈਸਟ ਕੀਤਾ ਆ, ਉਹਨਾਂ ਦਾ ਕੀ ਉਹਨਾਂ ਦੀ ਗਿਲਟੀ ਕਿਉਂ ਕਹਿੰਦੇ ਵੀ ਗਿਲਟੀ ਕਾਹਦੀ ਚੀਜ਼ ਦੀ ਕ੍ਰਾਈਮ ਕੀਤੀ ਉਹਨੇ, ਕਿਹੜਾ ਕਾਨੂੰਨ ਤੋੜਿਆ ਉਹਨਾਂ ਨੇ। ਸੋ ਪਹਿਲਾਂ ਸੋਚੀਏ ਅਸੀਂ ਕੀ ਮੰਗਣ ਆਏ ਆ। ਜੇ ਤੁਸੀਂ ਡੈਮੋਕ੍ਰੈਟਿਕ ਸਿਸਟਮ ਮੰਗਣ ਆਏ ਆ, ਫਿਰ ਤੁਹਾਨੂੰ ਸੋਚਣਾ ਪੈਣਾ ਉਹਦਾ ਮਤਲਬ ਕੀ ਹੁੰਦਾ। ਅਸੀਂ ਖਾਲਸਾ ਜਿਹੜੇ ਆ, ਅਸੀਂ ਇਨਸਾਨੀਅਤ ਤੌਰ ਤੇ ਸਾਰਿਆਂ ਲਈ ਖੜੇ ਹੋਵਾਂਗੇ। ਅਸੀਂ ਆਪਣੇ ਅੱਖਾਂ ਨਹੀਂ ਮੀਟਣੀਆਂ, ਕਿਉਂਕਿ ਕਿਸੇ ਨੂੰ ਸ਼ਾਇਦ ਪਸੰਦ ਨਹੀਂ ਲੱਗੂਗਾ ਅਸੀਂ ਕਿਸੇ ਦੀ ਗੱਲ ਕੀਤੀ ਆ। ਜੇ ਲੱਖੇਦੀਪ ਦੀ ਗੱਲ ਕੀਤੀ ਆ, ਕਿਸੇ ਨੂੰ ਨਹੀਂ ਪਸੰਦ, ਆ ਕੇ ਚੈਲੰਜ ਕਰ ਲਓ ਮੈਨੂੰ ਕਿ ਡੈਮੋਕ੍ਰੈਟਿਕਲੀ। ਪਰ ਜੇ ਤੁਸੀਂ ਕਹਿਣਾ ਵੀ ਬੰਦਾ ਫੜ ਲਵੇ, ਪੁਲਿਸ ਫੜ ਕੇ ਉਹਨੂੰ ਕੁੱਟੀ ਜਾਵੇ ਜਾਂ ਅੰਦਰ ਬੰਦ ਕਰ ਲਵੇ, ਕੋਈ ਕਾਨੂੰਨ ਨਹੀਂ ਤੋੜਿਆ ਉਹਨਾਂ ਨੇ। ਜਿਹੜੇ ਸਾਡੇ ਨੌਜਵਾਨ ਵੀ ਜਿਹੜੇ ਅੰਦਰ ਵੜੇ, ਰਣਜੀਤ ਸਿੰਘ ਨੇ ਕਿਹੜਾ ਕਾਨੂੰਨ ਤੋੜਿਆ ਸੀਗਾ? ਨਵਦੀਪ ਕੌਰ ਨੇ ਕਿਹੜਾ ਕਾਨੂੰਨ ਤੋੜਿਆ ਸੀਗਾ? ਉਹ ਸਾਡੇ ਬਜ਼ੁਰਗ ਜਿਹੜੇ ਹੁਣ ਪਿਛਲੇ 2-3 ਹਫ਼ਤੇ ਪਹਿਲਾਂ ਬਾਹਰ ਆਏ ਸੀਗੇ, ਉਹ ਤੁਹਾਨੂੰ ਆਪ ਕਹਿ ਰਹੇ ਆ ਸਾਨੂੰ ਨੰਗੇ ਕੀਤਾ ਗਿਆ, ਸਾਨੂੰ ਕੁੱਟਿਆ ਗਿਆ। ਜਿਹੜੇ ਗੁਰਸਿੱਖ ਇੱਕ ਪਾਸੇ ਕੀਤੇ ਗਏ ਪੁਲਿਸ ਨੇ, ਦਿੱਲੀ ਪੁਲਿਸ ਨੇ, ਉਹਨਾਂ ਨੇ ਕੀ ਕੀਤੀ ਸੀ ਕ੍ਰਾਈਮ? ਉਹਨਾਂ ਦੀ ਕੀ ਗਲਤੀ ਸੀਗੀ? ਉਹਨਾਂ ਨੇ ਕਿਹੜਾ ਕਾਨੂੰਨ ਤੋੜਿਆ ਸੀਗਾ? ਜਦੋਂ ਸਾਡੀ ਚੁੱਪ ਹੋਈ ਨਾ, ਜਦੋਂ ਅਸੀਂ ਚੁੱਪ ਹੋ ਜਾਂਦੇ ਆ, ਜਦੋਂ ਪੁਲਿਸ ਏਦਾਂ ਦੀ ਆਉਂਦੀ, ਏਦਾਂ ਦੇ ਕੰਮ ਕਰਦੀ ਹੈ, ਕਿਸੇ ਨੂੰ ਕੁੱਟਮਾਰ ਕਰਦੀ ਆ, ਤੇ ਸਾਨੂੰ ਉਹ ਬੰਦਾ ਪਸੰਦ ਨਹੀਂ ਗਾ, ਅਸੀਂ ਕਹਿੰਦੇ ਚਲੋ ਠੀਕ ਆ, ਮਾਰ ਲੈਂਦੇ ਹੋ ਛਿੱਤਰ, ਉਹ ਬੰਦੇ ਨੇ ਏਦਾਂ ਕੀਤੀ ਆ, ਸਾਨੂੰ ਕੋਈ ਫਰਕ ਨਹੀਂ ਗਾ। ਔਰ ਜਦੋਂ ਫਿਰ ਪੁਲਿਸ ਸਾਰਿਆਂ ਉੱਪਰ ਕਰਦੀ ਆ, ਫਿਰ ਨਾ ਟੱਪਿਆ ਕਰੋ। ਏਦਾਂ ਤੁਹਾਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਲੋਕਤੰਤਰ ਦੀ ਗੱਲ ਕਰਦੇ, ਹਰ ਇੱਕ ਬੰਦੇ ਦੀ, ਹਰ ਇੱਕ ਇਨਸਾਨ ਦੀ ਹਿਊਮਨ ਰਾਈਟਸ ਦੀ ਰਿਸਪੈਕਟ ਕਰਨੀ ਪੈਣੀ ਆ, ਈਵਨ ਜੇ ਤੁਹਾਨੂੰ ਉਹ ਬੰਦਾ ਪਸੰਦ ਵੀ ਨਹੀਂ ਗਾ। ਇਹਨੂੰ ਕਹਿੰਦੇ ਆ ਇਕੁਐਲਿਟੀ। ਜੇ ਤੁਸੀਂ ਲੰਗਰ ਛਕਦੇ ਆ, ਲੰਗਰ ਦਾ ਮਤਲਬ ਵੀ ਇਕੁਐਲਿਟੀ ਆ। ਲੰਗਰ ਦੇ ਵਿੱਚ ਵੀ ਅਸੀਂ ਕਿਸੇ ਨੂੰ ਰੋਕਦੇ ਨਹੀਂ, ਰਫੂਜੀ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ। ਇਹਦਾ ਮਤਲਬ ਨਹੀਂ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ, ਜਾਂ ਤੁਸੀਂ ਮੁਸਲਮਾਨ ਨੂੰ ਪਸੰਦ ਨਹੀਂ ਕਰਦੇ, ਹਿੰਦੂ ਨੂੰ ਪਸੰਦ ਕਰਦੇ, ਈਸਾਈ ਨਹੀਂ ਪਸੰਦ ਕਰਦੇ। ਉਹ ਲੰਗਰ ਆਊਗਾ, ਲੰਗਰ ਛਕਣ, ਤੁਸੀਂ ਲੰਗਰ ਤੋਂ ਬਾਹਰ ਕੱਢ ਦੋਗੇ। ਲੰਗਰ ਵੀ ਇਕੁਐਲਿਟੀ ਆ, ਇਨਸਾਫ ਵੀ ਇਕੁਐਲਿਟੀ ਆ, ਲੋਕਤੰਤਰ ਤੇ ਡੈਮੋਕ੍ਰੇਸੀ ਵੀ ਇਕੁਐਲਿਟੀ ਆ। ਇਹਦੇ ਵਿੱਚ ਸਿਲੈਕਟਿਵ ਗੱਲ ਨਹੀਂ ਆਉਂਦੀ ਵਿੱਚੋਂ, ਜਾਂ ਤੁਸੀਂ ਸਾਰੀ ਰਿਸਪੈਕਟ ਕਰਨੀ ਆ ਜਾਂ ਕਿਸੇ ਦੀ ਰਿਸਪੈਕਟ ਨਹੀਂ ਕਰਨੀ। ਇਹਦੇ ਵਿੱਚ ਕੋਈ ਅੱਧੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਅਧੂਰੀ ਗੱਲ ਨਹੀਂ। ਉਹਦੇ ਵਿੱਚ ਵੀ ਅਸੀਂ ਇੱਕ ਬੰਦੇ ਨੂੰ ਪਸੰਦ ਨਹੀਂ ਕਰਦੇ, ਉਹਨੂੰ ਫਸਾ ਦਿਓ ਜਾ ਕੇ। ਇਹ ਲੋਕਤੰਤਰ ਨਹੀਂ, ਤੇ ਨਾ ਹੀ ਡੈਮੋਕ੍ਰੇਸੀ ਆ, ਨਾ ਹੀ ਇਨਸਾਫ ਆ। ਤੁਹਾਡਾ ਬਹੁਤ ਧੰਨਵਾਦ। ਤੇ ਫਿਰ ਗੱਲਬਾਤ ਕਰਾਂਗੇ ਆਪਣੇ ਮਨ ਦੀ। ਪਰ ਮੈਨੂੰ ਇਹਦੇ ਵਿੱਚ ਕਾਫੀ ਗੁੱਸਾ ਆਉਂਦਾ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਜਾ ਕੇ ਉੱਥੇ ਬੈਠੇ ਹਾਂ, ਅੰਦੋਲਨ ਨੂੰ ਸਾਰੇ ਸਪੋਰਟ ਕਰ ਰਹੇ ਆ, ਦਿਲੋਂ ਕਰ ਰਹੇ ਸੀ ਸਾਰੇ। ਪਰ ਜੇ ਅਸੀਂ ਕੋਈ ਗੱਲ ਕਰ ਦਿੱਤੀ ਹੈ ਕਿਸੇ ਪਸੰਦ ਨਹੀਂ, ਇੱਕਦਮ ਲੇਬਲ ਲਾਤਾ, ਲਓ ਜੀ ਇਹ ਤਾਂ ਅੰਦੋਲਨ ਦੇ ਖਿਲਾਫ ਆ। ਬਿਲਕੁਲ ਗਲਤ। ਸਾਰੇ ਡਟ ਕੇ ਖੜੇ ਅੰਦੋਲਨ ਦੇ ਨਾਲ, ਸਾਰੇ। ਪਰ ਇਹਦਾ ਮਤਲਬ ਨਹੀਂ ਗਾ ਵੀ ਅੱਖਾਂ ਬੰਦ ਕਰ ਲਈਏ ਜੇ ਕੋਈ ਗਲਤ ਕੰਮ ਲੋਕਤੰਤਰ ਦੇ ਖਿਲਾਫ, ਡੈਮੋਕ੍ਰੇਸੀ ਦੇ ਖਿਲਾਫ, ਇਨਸਾਫ ਦੇ ਕੋਈ ਕੰਮ ਕਰ ਰਿਹਾ। ਇਨਸਾਫ ਸਾਰਿਆਂ ਲਈ ਆ। ਜਿਹੜੇ ਮੈਨੂੰ ਪਸੰਦ ਵੀ ਨਹੀਂ ਬੰਦੇ,